ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਮਾਤ 12ਵੀਂ ਪੰਜਾਬੀ ਸਾਹਿਤ ਵਿਸ਼ੇ ਦੀ ਬੋਰਡ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ, ਕਿਵੇਂ ਆਉਣ ਜ਼ਿਆਦਾ ਤੋਂ ਜ਼ਿਆਦਾ ਨੰਬਰ, ਕਿਵੇਂ ਆਪਾਂ 100 ਚੋਂ 100 ਨੰਬਰ ਲਿਆਈਏ, ਉਹ ਕਿਹੜੇ ਕਿਹੜੇ ਪ੍ਰਸ਼ਨ ਹੋਣ ਜਿਨ੍ਹਾਂ ਉੱਤੇ ਆਪਾਂ ਜ਼ਿਆਦਾ ਜ਼ੋਰ ਦਈਏ। ਹੋਰ ਪ੍ਰੀਖਿਆ ਨੂੰ ਮੁੱਖ ਰੱਖਦੇ ਹੋਏ ਮਹੱਤਵਪੂਰਨ ਨੇ, ਅੱਜ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਤੁਸੀਂ ਵੇਖ ਰਹੇ ਹੋ ਪੰਜਾਬੀ ਟੀਚਰ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਸਬਸਕ੍ਰਾਈਬ ਕਰੋ। ਇਸ ਵਾਰ ਰਾਜਸਥਾਨ ਬੋਰਡ ਨੇ 40% ਸਿਲੇਬਸ ਹੈ ਉਠਾ ਦਿੱਤਾ ਹੈ। ਸਿਰਫ ਜਿਹੜਾ ਸਿਲੇਬਸ ਹੈ ਉਹ 60% ਰਹਿ ਚੁੱਕਾ ਹੈ ਤੇ ਬਹੁਤ ਵੱਡਾ ਮੌਕਾ ਹੈ ਕਿ ਆਪਾਂ ਸਿਲੇਬਸ ਘੱਟ ਹੈ ਉਹਦੀ ਬੜੀਆ ਤਰੀਕੇ ਨਾਲ ਤਿਆਰੀ ਕਰਕੇ ਬਹੁਤ ਹੀ ਜ਼ਿਆਦਾ ਨੰਬਰ ਲੈ ਕੇ ਆਈਏ, ਵਧੀਆ ਨੰਬਰ ਆਪਾਂ ਲੈ ਆਈਏ। ਪੇਪਰ 80 ਨੰਬਰ ਦਾ ਹੀ ਰਹੇਗਾ, 20 ਨੰਬਰ ਸਕੂਲ ਵਾਲੇ ਭੇਜਣਗੇ ਸਤਰਾਂਕ ਦੇ ਰੂਪ ਦੇ ਵਿੱਚ। ਹੋਰ ਪੇਪਰ ਦਾ ਪੈਟਰਨ ਉਹੀ ਰਹੇਗਾ ਜਿਸ ਤਰੀਕੇ ਨਾਲ ਪਹਿਲਾਂ ਸੀਗਾ, 80 ਨੰਬਰ ਦਾ ਪੇਪਰ ਆਊਗਾ ਔਰ ਬਿਲਕੁਲ ਉਹੀ ਪੈਟਰਨ। ਪਰ ਆਪਣੇ ਸਿਲੇਬਸ ਦੇ ਵਿੱਚ ਕਟੌਤੀ ਕਰਨ ਕਾਰਨ ਸਿਲੇਬਸ ਬਹੁਤ ਥੋੜਾ ਰਹਿ ਚੁੱਕਿਆ ਹੈ। ਜਿਹੜਾ ਪਹਿਲਾ ਪ੍ਰਸ਼ਨ ਆਉਂਦਾ ਹੁੰਦਾ ਅਪਠਿਤ ਗਦਾਂਸ਼ ਦੇ ਵਿੱਚੋਂ 10 ਨੰਬਰ ਦਾ ਪ੍ਰਸ਼ਨ ਆਊਗਾ, 5 ਪ੍ਰਸ਼ਨ ਪੁੱਛੇ ਜਾਣਗੇ ਔਰ ਅਣਡਿੱਠਾ ਪਹਿਰਾ ਦਿੱਤਾ ਜਾਵੇਗਾ। ਆਪਾਂ ਕੀ ਕਰਨਾ ਹੈ ਕਿ ਅਣਡਿੱਠੇ ਪਹਿਰੇ ਦੀ ਤਿਆਰੀ ਕਰਨੀ ਹੈ ਔਰ ਕਮ ਸੇ ਕਮ ਆਪਾਂ ਅਭਿਆਸ ਕਰਨਾ ਹੈ 8-10 ਅਣਡਿੱਠੇ ਪਹਿਰੇ ਆਪਾਂ ਕਰੀਏ। ਵੈਸੇ ਗੁਰੂ ਜੀ ਤੁਹਾਨੂੰ ਜ਼ਰੂਰ ਕਰਵਾਉਣਗੇ, ਤੁਸੀਂ ਵੀ ਇਹ ਅਭਿਆਸ ਕਰਨਾ ਹੈ ਕਿ 8-10 ਅਣਡਿੱਠੇ ਪਹਿਰੇ ਆਪਾਂ ਕਰੀਏ ਤਾਂ ਕਿ 10 ਦੇ ਵਿੱਚੋਂ ਆਪਣੇ 10 ਨੰਬਰ ਇਹ ਪੱਕੇ ਹੋ ਜਾਣ। ਔਰ ਬੜੇ ਹੀ ਸਸਤੇ ਕਹਿ ਲਓ ਔਰ ਬੜਾ ਹੀ ਸੌਖਾ ਹੈ ਆਹ ਕੰਮ ਕਰਨਾ, ਕਿਉਂਕਿ ਅਣਡਿੱਠੇ ਪਹਿਰੇ ਦਾ ਆਪਾਂ ਅਭਿਆਸ ਕਰਨਾ ਹੈ। 8-10 ਦਾ ਅਭਿਆਸ ਕਰਾਂਗੇ, ਇਹਨਾਂ ਨੂੰ ਆਪਾਂ ਨੂੰ ਪਤਾ ਲੱਗ ਜੂ ਔਰ ਆਪਣਾ 20% ਵਿੱਚੋਂ ਗਲਤ ਨਹੀਂ ਹੋਊਗਾ। 10 ਚੋਂ 10% ਆਪਣੇ 10 ਚੋਂ 10 ਨੰਬਰ ਆ ਜਾਣਗੇ। 5% ਜਾਂ 4% ਜਿਹਨੇ ਵੀ ਦਿੱਤੇ ਹੋਣਗੇ ਉਹ ਬਿਲਕੁਲ ਸਹੀ ਹੋ ਜਾਣਗੇ। ਦੂਜਾ ਨਿਬੰਧ ਰਚਨਾ, 8 ਨੰਬਰ ਦੀ ਨਿਬੰਧ ਰਚਨਾ ਆਉਂਦੀ ਹੈ। ਆਪਾਂ ਨਿਬੰਧ ਲਿਖਣਾ ਹੁੰਦਾ ਤੇ ਨਿਬੰਧ ਕੀ ਹੁੰਦਾ ਹੈ, ਇੱਕ ਕਿਸੇ ਵੀ ਸ਼ਖਸੀਅਤ ਦੇ ਉੱਤੇ ਨਿਬੰਧ ਆਉਂਦਾ ਹੈ। ਕੋਈ ਵੀ ਸ਼ਖਸੀਅਤ ਦੇ ਸਕਦੇ ਹੋ, ਮਹਾਨ ਸ਼ਖਸੀਅਤ ਭਗਤ ਸਿੰਘ ਬਾਰੇ ਪੁੱਛ ਸਕਦੇ ਨੇ, ਗੁਰੂ ਨਾਨਕ ਦੇਵ ਜੀ ਬਾਰੇ ਪੁੱਛ ਸਕਦੇ ਨੇ, ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛ ਸਕਦੇ ਨੇ, ਗੁਰੂ ਅਰਜਨ ਦੇਵ ਜੀ ਦੇ ਉੱਤੇ ਲੇਖ ਆ ਸਕਦਾ ਹੈ, ਗੁਰੂ ਤੇਗ ਬਹਾਦਰ ਜੀ ਦੇ ਉੱਤੇ ਲੇਖ ਆ ਸਕਦਾ ਹੈ। ਇਹ ਤਾਂ ਹੋ ਗਿਆ ਸ਼ਖਸੀਅਤ ਦੀਆਂ ਗੱਲਾਂ। ਸ਼ਖਸੀਅਤ ਦੇ ਵਿੱਚੋਂ ਇੱਕ ਲੇਖ ਅਮੂਮਨ ਆ ਦੇਖਿਆ ਗਿਆ ਕਿ ਆਉਂਦਾ ਹੈ ਤੇ ਆਪਾਂ ਇਹ ਜਿਹੜੀਆਂ ਸ਼ਖਸੀਅਤਾਂ ਹੈ 4-5 ਆਪਣੇ ਕੌਮ ਦੀਆਂ, ਉਹਨਾਂ ਦੀ ਆਪਾਂ ਲੇਖ ਤਿਆਰ ਕਰ ਲਈਏ ਉਹਨਾਂ ਦੇ ਉੱਤੇ। ਦੂਜਾ ਹੈ ਸਮਾਜਿਕ ਬੁਰਾਈ, ਜਿਵੇਂ ਦਹੇਜ ਪ੍ਰਥਾ ਹੋ ਗਈ, ਇਸ ਤਰੀਕੇ ਦੀਆਂ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਉਹਨਾਂ ਵਿੱਚੋਂ ਆ ਸਕਦਾ। ਹੋਰ ਅਗਲਾ ਟੈਕਨੋਲੋਜੀ ਦੇ ਉੱਤੇ, ਬਈ ਵਿਗਿਆਨ ਦੇ ਉੱਤੇ, ਟੈਕਨੋਲੋਜੀ ਦੇ ਉੱਤੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਨਿਬੰਧ ਰਚਨਾ ਆਉਂਦੀ ਹੈ, ਨਿਬੰਧ ਲਿਖਣ ਲਈ ਕਿਹਾ ਜਾਂਦਾ ਹੈ ਭਲਾ ਕੰਪਿਊਟਰ ਤੇ ਆ ਜੇ, ਮੋਬਾਈਲ ਤੇ ਆ ਜੇ, ਇੰਟਰਨੈਟ ਦੇ ਉੱਤੇ ਆ ਜੇ, ਇਹਨਾਂ ਵਿੱਚੋਂ ਆ ਸਕਦਾ। ਜਾਂ ਫਿਰ ਆਪਾਂ ਕਹਿ ਲਈਏ ਬਿਮਾਰੀ, ਅਗਰ ਬਿਮਾਰੀ ਦੀ ਗੱਲ ਕਰੀਏ ਤਾਂ ਇਸ ਟਾਈਮ ਕਰੋਨਾ ਜਿਹੜੀ ਉਹ ਬੜੀ ਉਹਨੇ ਅੱਤ ਚੁੱਕੀ ਹੋਈ ਹੈ ਔਰ ਬੜੀ ਵੱਡੀ ਬਿਮਾਰੀ ਹੈ। ਤੇ ਆ ਕਰੋਨਾ ਦੇ ਉੱਤੇ ਵੀ ਇੱਕ ਵਾਰ ਦੇਖਿਆ ਜਾਵੇ 10ਵੀਂ ਜਾਂ 12ਵੀਂ ਦੇ ਵਿੱਚ ਲੇਖ ਪੁੱਛਿਆ ਜਾ ਸਕਦਾ ਹੈ ਤੇ ਇਸ ਲੇਖ ਦੀ ਵੀ ਆਪਣੀ ਤਿਆਰੀ ਹੋਣੀ ਚਾਹੀਦੀ ਹੈ। ਤੇ ਨਾਰੀ ਦੇ ਉੱਤੇ ਵੀ ਲੇਖ ਆ ਸਕਦਾ ਹੈ, ਨਾਰੀ ਤੋਂ ਸੰਬੰਧਿਤ, ਜਿਵੇਂ ਨਾਰੀ ਸਿੱਖਿਆ ਉੱਤੇ ਆ ਜੇ, ਦਹੇਜ ਉੱਤੇ ਆ ਜੇ, ਨਾਰੀ ਉਤਪੀੜਨ ਦੇ ਉੱਤੇ ਆ ਜੇ। ਇਹ ਮੁੱਖ ਲੇਖ ਨੇ, ਇਹਨਾਂ ਦੀ ਆਪਾਂ ਤਿਆਰੀ ਕਰ ਲਈਏ। ਇਹਨਾਂ ਵਿੱਚੋਂ ਜ਼ਰੂਰ 1 ਜਾਂ 2 ਲੇਖ ਆਪਣੇ ਜ਼ਰੂਰ ਆਉਣ ਦੀ ਸੰਭਾਵਨਾ ਰਹੇਗੀ। ਹੁਣ ਫਿਰ ਅਗਲਾ ਕਹਾਣੀ ਰਚਨਾ। ਕਹਾਣੀ ਰਚਨਾ ਜਿਹੜੀ 4 ਨੰਬਰ ਦੀ ਆਉਂਦੀ ਹੈ, ਕਹਾਣੀ ਲਿਖਣੀ ਹੁੰਦੀ ਹੈ। ਕਹਾਣੀ ਦਾ ਨਾਮ ਤਾਂ ਦਿੱਤਾ ਹੀ ਹੁੰਦਾ ਪੇਪਰ ਦੇ ਵਿੱਚ, ਕਈ ਵਾਰ ਸਿੱਟਾ ਦੇ ਦਿੰਦੇ ਹੈ ਤੇ ਆਪਾਂ ਕਹਾਣੀ ਰਚਨਾ ਕਰਨੀ ਹੈ ਤੇ 100-150 ਸ਼ਬਦ ਦੇ ਵਿੱਚ ਲਿਖਣੀ ਹੁੰਦੀ ਹੈ ਕਹਾਣੀ। 4 ਨੰਬਰ ਦੀ ਕਹਾਣੀ ਹੈ, ਬੜਾ ਹੀ ਸੌਖਾ ਜਿਹਾ ਤੇ ਕਮ ਸੇ ਕਮ ਯਾਨੀ ਕਿ ਆਪਾਂ 15-20 ਕਹਾਣੀਆਂ ਪੜ੍ਹੀਏ। ਕੁਝ ਕਹਾਣੀਆਂ ਦੇ ਤੁਹਾਨੂੰ ਨਾਮ ਮੈਂ ਦੱਸਦਾ ਹੈ, ਉਹ ਤੁਸੀਂ ਜ਼ਰੂਰ ਪੜ੍ਹਿਓ ਤੇ ਉਹਨਾਂ ਵਿੱਚੋਂ ਵੀ ਕਹਾਣੀਆਂ ਆਪਣੇ ਆ ਸਕਦੀ ਹੈ। ਕਈ ਵਾਰ ਕੀ ਕਰਦਾ ਹੈ ਕਿ ਕਹਾਣੀ ਦੇ ਵਿੱਚ ਆਪਾਂ ਨੂੰ ਕਹਾਣੀ ਦਾ ਨਾਮ ਦੇ ਦਿੱਤਾ ਜਾਂਦਾ ਹੈ, ਜਿਵੇਂ ਸ਼ੇਰ ਤੇ ਚੂਹਾ, ਪਿਆਸਾ ਕਾਂ, ਉਹਦੇ ਉੱਤੇ ਕਹਾਣੀ ਲਿਖਣੀ ਹੁੰਦੀ ਹੈ। ਔਰ ਕਈ ਵਾਰ ਕੀ ਹੁੰਦਾ ਹੈ ਕਿ ਸਿੱਟਾ ਦੇ ਦਿੱਤਾ ਜਾਂਦਾ ਹੈ, ਜਿਵੇਂ 1 'ਚ ਬਲ,
ਇੱਕੇ ਦੀ ਤਾਕਤ। ਤੇ ਇਸ ਦੇ ਉੱਤੇ ਯੂਨੀਅਨ ਸਟਰੈਂਥ, ਜਿਵੇਂ ਇੰਗਲਿਸ਼ ਦੇ ਵਿੱਚ ਆਪਾਂ ਉਹ ਪੜ੍ਹੀ ਸੀ ਕਹਾਣੀ, ਤੇ ਇਸ ਦੇ ਉੱਤੇ ਕਈ ਕਹਾਣੀਆਂ ਹੈ। ਲਾਲਚ ਬੁਰੀ ਬਲਾ ਹੈ, ਇਸ ਦੇ ਉੱਤੇ ਵੀ ਕਈ ਕਹਾਣੀ ਹੈ। ਤਾਂ ਆਪਾਂ ਕੋਈ ਵੀ ਕਹਾਣੀ ਲਿਖ ਸਕਦੇ ਹਾਂ, ਜਾਂ ਤਾਂ ਕਹਾਣੀ ਦਿੱਤੀ ਹੋਊਗੀ ਜਾਂ ਫਿਰ ਸਿੱਟਾ ਦਿੱਤਾ ਹੋਊਗਾ। ਤੇ ਆਪਾਂ ਅਗਰ ਕਹਾਣੀ ਦਿੱਤੀ ਹੈ, ਕਹਾਣੀ ਦਾ ਨਾਮ ਲਿਖਣਾ ਹੈ, ਫਿਰ ਕਹਾਣੀ ਲਿਖਣੀ ਹੈ, ਲਾਸਟ ਸਿੱਟਾ ਲਿਖਣਾ ਹੈਗਾ। ਇਹ ਕਹਾਣੀ ਦੇ ਵਿੱਚ ਆਪਾਂ ਲਿਖਣਾ ਹੁੰਦਾ। ਹੋਰ ਕਹਾਣੀਆਂ ਆਪਾਂ ਕਿਹੜੀਆਂ ਕਿਹੜੀਆਂ ਤਿਆਰ ਕਰੀਏ, ਜਿਵੇਂ ਜੈਸੇ ਕੋ ਤੈਸਾ, ਇਹਦੇ ਉੱਤੇ ਕੋਈ ਕਹਾਣੀ ਲਿਖ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਹਾਥੀ ਅਤੇ ਦਰਜੀ ਦੀ ਕਹਾਣੀ ਹੈ, ਜੈਸੇ ਕੋ ਤੈਸਾ ਵਾਲੀ ਹੈ। ਇੱਕ 'ਚ ਤਾਕਤ, ਇੱਕ 'ਚ ਆਪਣੀ ਜਿਹੜੀ ਤਾਕਤ ਹੈ ਉਹ ਸ਼ਕਤੀ 'ਚ ਬਲ ਹੁੰਦੀ ਹੈ, ਏਕਤਾ 'ਚ ਬਲ ਹੁੰਦਾ ਹੈ। ਤੇ ਇੱਕ 'ਚ ਤਾਕਤ ਇਸ ਦੇ ਉੱਤੇ ਕਹਾਣੀ ਹੈ, ਜਿਵੇਂ ਉਹ ਲੱਕੜੀ ਦੇ ਗੱਠਰ ਇਕੱਠੇ ਕਰਦੇ ਆ, ਇਸ ਤਰੀਕੇ ਦੀ ਹੋਰ ਵੀ ਕਈ ਕਹਾਣੀਆਂ ਹੈ। ਲਾਲਚੀ ਕੁੱਤਾ ਕਹਾਣੀ ਪੁੱਛੀ ਜਾ ਸਕਦੀ ਹੈ, ਜਾਂ ਫਿਰ ਲਾਲਚ ਬੁਰੀ ਬਲਾ ਹੈ, ਇਸ ਦੇ ਉੱਤੇ ਕੋਈ ਕਹਾਣੀ ਲਿਖੋ ਤਾਂ ਆਪਾਂ ਲਾਲਚੀ ਕੁੱਤੇ ਵਾਲੀ ਕਹਾਣੀ ਲਿਖ ਸਕਦੇ ਹਾਂ। ਪਿਆਸਾ ਕਾਂ, ਇਮਾਨਦਾਰੀ ਉੱਤੇ ਕਹਾਣੀ ਆ ਸਕਦੀ ਹੈ, ਇਮਾਨਦਾਰ ਲੱਕੜਹਾਰਾ। ਕਾਂ ਤੇ ਲੂੰਬੜੀ ਵਾਲੀ ਕਹਾਣੀ। ਅੰਗੂਰ ਖੱਟੇ ਨੇ, ਜਿਹੜੀ ਲੋਮੜੀ ਦੀ ਕੱਲੀ ਲੋਮੜੀ ਦੀ ਕਹਾਣੀ ਹੈ, ਅੰਗੂਰ ਖੱਟੇ ਆ, ਉਹ ਅੰਗੂਰ ਖਾਣ ਜਾਂਦੀ ਹੈ, ਇਸ ਸੰਬੰਧੀ। ਖਰਗੋਸ਼ ਤੇ ਕਛੂਆ। ਬੰਦਰ ਤੇ ਵਪਾਰੀ, ਜਿਹੜਾ ਟੋਪੀਆਂ ਵਾਲਾ ਵਪਾਰੀ ਹੁੰਦਾ ਹੈ, ਤੇ ਬੰਦਰ। ਝੂਠੀ ਮਿੱਤਰਤਾ, ਦੋ ਮਿੱਤਰ ਹੁੰਦੇ ਆ ਤੇ ਭਾਲੂ ਵਾਲੀ ਕਹਾਣੀ। ਇੱਕ ਬੰਦਰ ਤੇ ਮਗਰਮੱਛ ਵਾਲੀ ਵੀ ਕਹਾਣੀ ਹੈ, ਝੂਠੀ ਮਿੱਤਰਤਾ ਵਾਲੀ। ਸੱਚੀ ਮਿੱਤਰਤਾ, ਸੱਚੀ ਮਿੱਤਰਤਾ ਦੇ ਉੱਤੇ ਵੀ ਕਈ ਕਹਾਣੀਆਂ ਨੇ, ਜਿਵੇਂ ਮਧੂ ਮੱਖੀ ਤੇ ਕਬੂਤਰ, ਬਿੱਲੀ, ਮਧੂ ਮੱਖੀ ਤੇ ਕਬੂਤਰ ਵਾਲੀ ਕਹਾਣੀ। ਤੇ ਅਗਲੀ ਕਹਾਣੀ ਹੈ ਬਿੱਲੀ ਅਤੇ ਬਾਂਦਰ। ਇਹ ਕੁਝ ਕਹਾਣੀਆਂ ਨੇ। ਇਹਨਾਂ ਕਹਾਣੀਆਂ ਨੂੰ ਆਪਾਂ ਜ਼ਰੂਰ ਪੜ੍ਹੀਏ। ਇੱਥੇ ਬਤਾਇਆ ਜਾਣਾ ਸੰਭਵ ਨਹੀਂ ਹੈ, ਕਿਉਂਕਿ ਵੀਡੀਓ ਬਹੁਤ ਵੱਡਾ ਹੋ ਜਾਏਗਾ। ਅਲੱਗ ਤੋਂ ਆਪਾਂ ਕਹਾਣੀਆਂ ਦੀ ਇੱਕ ਵੀਡੀਓ ਬਣਾਵਾਂਗੇ ਔਰ ਚੈਨਲ ਦੇ ਉੱਤੇ ਪਾਵਾਂਗੇ, ਤਾਂ ਤੁਸੀਂ ਉੱਥੇ ਦੇਖ ਸਕਦੇ ਹੋ। ਇਹਨਾਂ ਕਹਾਣੀਆਂ ਨੂੰ ਆਪਾਂ ਪੜ੍ਹ ਲੈਣਾ। ਹੋਰ ਉਸ ਤੋਂ ਬਾਅਦ ਜਿਹੜਾ ਅਗਲਾ ਵਿਆਕਰਣ ਦਾ ਪੋਰਸ਼ਨ ਹੈ, ਉਸ ਦੇ ਵਿੱਚ ਕੀ ਪੁੱਛਿਆ ਜਾਵੇਗਾ? ਅਖਾਣ ਆਉਣਗੇ 5 ਨੰਬਰ ਦੀ। ਅਖਾਣ ਆਊਗਾ, ਆਪਾਂ ਅਰਥ ਦੱਸਣਾ ਹੋਵੇਗਾ ਔਰ ਵਾਕਿਆ ਪ੍ਰਯੋਗ ਵੀ ਕਰਨਾ ਹੋਵੇਗਾ। ਪਹਿਲਾਂ ਅਰਥ ਦੱਸਣਾ ਹੈ, ਫਿਰ ਵਾਕਿਆ ਪ੍ਰਯੋਗ ਕਰਨਾ ਹੈ 5 ਨੰਬਰ ਦਾ। ਤੇ ਆਪਣੇ 12ਵੀਂ ਦੇ ਪੱਧਰ ਤੱਕ ਆਪਾਂ ਅਖਾਣ ਤਿਆਰ ਕਰ ਲਈਏ। ਕੋਈ 100 ਸਵਾ 100 ਅਖਾਣ ਅਗਰ ਆਪਾਂ ਤਿਆਰ ਕਰ ਲੈਂਦੇ ਹਾਂ ਤਾਂ ਉਹਨਾਂ ਵਿੱਚੋਂ ਲਗਭਗ ਪੈ ਜਾਂਦਾ ਹੈ, ਔਰ ਆਪਾਂ ਨੂੰ ਉੱਥੇ ਆਪਸ਼ਨ ਵੀ ਆਉਂਦਾ ਹੈ ਬਈ ਉਹ ਇੰਨੇ ਅਖਾਣ ਕਰੋ। ਤੇ ਇੱਕ ਅੱਧਾ ਨਹੀਂ ਵੀ ਆਉਂਦਾ ਤਾਂ ਆਪਣਾ ਚੱਲ ਜਾਂਦਾ ਹੈ। ਤੇ 3 'ਚੋਂ 2 ਕਰਨੇ ਹੁੰਦੇ ਆ, 3 ਕਰਨੇ ਹੁੰਦੇ ਆ, ਇਸ ਤਰੀਕੇ ਨਾਲ। ਤੇ ਅਖਾਣਾਂ ਦੀ ਆਪਾਂ ਤਿਆਰੀ ਕਰ ਲੈਂਦੇ ਹਾਂ। 100-150 ਅਖਾਣ ਅਗਰ ਤਿਆਰ ਕਰ ਲੈਂਦੇ ਹਾਂ ਤਾਂ ਉਹਨਾਂ ਵਿੱਚੋਂ ਆਪਣੇ ਆ ਜਾਂਦੇ ਆ। ਮੁਹਾਵਰੇ, ਮੁਹਾਵਰੇ ਵੀ 5 ਨੰਬਰ ਦੇ ਹੈ। ਇਹਦਾ ਅਰਥ ਕਰਨਾ ਹੈ ਪਹਿਲਾਂ, ਫਿਰ ਵਾਕਿਆ ਪ੍ਰਯੋਗ ਕਰਨਾ ਹੈ। ਤੇ 12ਵੀਂ ਦੇ ਪੱਧਰ ਦੇ ਹਿਸਾਬ ਨਾਲ ਅਗਰ ਆਪਾਂ ਇੱਥੇ ਵੀ 100-150 ਅਗਰ ਮੁਹਾਵਰੇ ਆਪਾਂ ਤਿਆਰ ਕਰ ਲੈਂਦੇ ਹਾਂ ਤਾਂ ਉਹਨਾਂ ਵਿੱਚੋਂ 12ਵੀਂ ਦੇ ਪੱਧਰ ਨੂੰ ਵੇਖਦੇ ਹੋਏ, ਔਰ ਜਿਹੜੀ ਆਪਣੀ ਵਿਆਕਰਣ ਦੀ ਕਿਤਾਬ ਹੈਗੀ ਹੈ, ਵਿਆਕਰਣ ਤੇ ਲੇਖ ਰਚਨਾ ਦੀ, ਉਹਦੇ ਵਿੱਚੋਂ ਪੜ੍ਹ ਲੈਣਾ ਚਾਹੀਦਾ ਹੈ। ਤੇ ਉਹ ਆਪਣਾ ਪੱਧਰ ਬਹਿੰਦਾ ਹੈ, ਔਰ ਲਗਭਗ ਉਹਦੇ ਵਿੱਚ ਮੁਹਾਵਰੇ ਤੇ ਅਖਾਣਾਂ ਦਿੱਤੀਆਂ ਹੋਈਆਂ ਤਾਂ ਦੇਖਿਆ ਜਾਂਦਾ ਹੈ ਕਿ ਉਸ ਵਿੱਚੋਂ ਆ ਜਾਂਦਾ ਹੈ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਯਾਦ ਕਰ ਲਈਏ ਤਾਂ 5 ਨੰਬਰ ਆਪਣੇ ਪੱਕੇ। ਔਰ ਇੰਨਾ ਔਖਾ ਪੋਰਸ਼ਨ ਨਹੀਂ ਹੈ, ਤੁਸੀਂ ਜਿਵੇਂ ਪੜ੍ਹੋਗੇ ਆਪਾਂ ਨੂੰ ਯਾਦ ਹੋ ਜਾਏਗਾ। ਅੱਗੇ ਵਿਰਾਮ ਚਿੰਨ੍ਹ। ਵਿਰਾਮ ਚਿੰਨ੍ਹ ਹੈ ਜਿਹੜਾ, ਉਹ ਹੈ 3 ਨੰਬਰ ਦਾ। ਤੇ ਵਿਰਾਮ ਚਿੰਨ੍ਹ ਦਾ ਵੀ ਆਪਾਂ ਵੀਡੀਓ ਪਾਵਾਂਗੇ, ਤੁਸੀਂ ਉਹਨੂੰ ਵੇਖ ਲਿਓ। ਬੜੀ ਆਸਾਨੀ ਤਰੀਕੇ ਨਾਲ ਤੁਹਾਨੂੰ ਸਮਝ ਆ ਜਾਏਗੀ। ਬੜਾ ਹੀ ਸੌਖਾ 12ਵੀਂ ਦੇ ਪੱਧਰ ਦੇ ਵਿਰਾਮ ਚਿੰਨ੍ਹ ਪੁੱਛੇ ਜਾਂਦੇ ਨੇ, ਔਰ ਬੱਚੇ ਆਸਾਨੀ ਨਾਲ ਕਰ ਲੈਂਦੇ ਆ। ਹੁਣ ਉਸ ਤੋਂ ਬਾਅਦ ਆਹ ਜਿਹੜਾ ਪੋਰਸ਼ਨ ਸੀਗਾ, ਤੁਸੀਂ ਵੇਖੋ 10 ਤੇ 8, 18, 4, 22, 22, 3, 25 ਤੇ 10, 35, 35 ਨੰਬਰ। ਹੋਰ 15 ਨੰਬਰ ਦਾ ਜਿਹੜਾ ਆਹ ਭਾਗ ਹੈ, 15 ਨੰਬਰ ਦਾ 35 ਨੰਬਰ ਤਾਂ ਇਹ ਅਗਰ ਆਪਾਂ 5-7 ਦਿਨ ਅਗਰ ਤਿਆਰੀ ਕਰਦੇ ਹਾਂ 35 ਨੰਬਰਾਂ ਦੀ, ਤਾਂ 35 ਚੋਂ 35 ਨੰਬਰ ਲਿਆਣੇ ਕੋਈ ਵੱਡੀ ਗੱਲ ਨਹੀਂ ਹੈ। ਹੋਰ ਆਹ ਜਿਹੜਾ ਪੋਰਸ਼ਨ ਹੈ 15 ਨੰਬਰ ਦਾ, ਬਿਲਕੁਲ ਫਿਕਸ ਹੈਗਾ। ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਆਹੀ ਪ੍ਰਸ਼ਨ ਆਣੇ ਹੈਗੇ ਆ। ਕਿਉਂਕਿ ਇੱਕ ਦੀ ਵਾਰ ਤੁਸੀਂ ਵੇਖੋਗੇ ਸਾਹਿਤ ਦੇ ਰੂਪ ਦੇ ਵਿੱਚੋਂ ਜਿਹੜਾ ਆਪ ਪੁੱਛਿਆ ਜਾਂਦਾ ਹੈ ਕਵਿਤਾ ਤੇ ਉਹਦੇ ਤੱਤ ਦੇ ਬਾਰੇ ਪ੍ਰਸ਼ਨ, ਆਹੀ ਪ੍ਰਸ਼ਨ ਹਮੇਸ਼ਾ ਆਉਂਦਾ ਹੈ। ਤੇ ਇਹਨਾਂ ਵਿੱਚੋਂ ਵੀ ਆਪਣੇ 4 ਹੀ ਰਹਿ ਗਏ, ਕਵਿਤਾ, ਦੂਜਾ ਇਕਾਂਗੀ, ਲਘੂ ਕਥਾ ਤੇ ਰੇਖਾ ਚਿੱਤਰ। ਤੇ ਇਹਨਾਂ 4 ਚੋਂ ਆਪਾਂ 2 ਕਰ ਲਈਏ, ਕਵਿਤਾ ਤੇ ਇਕਾਂਗੀ। ਕਵਿਤਾ ਅਰਥ, ਪਰਿਭਾਸ਼ਾ ਤੇ ਤੱਤ,
ਇਕਾਂਗੀ ਦੇ ਅਰਥ ਪਰਿਭਾਸ਼ਾ ਤੇ ਤੱਤ ਸਾਹਿਤਕ ਦੇ ਰੂਪ ਦੇ ਵਿੱਚੋਂ ਜੇ ਆਪਾਂ ਇਹ ਦੋ ਕਰ ਲੈਂਦੇ ਆ ਤਾਂ ਇਹਨਾਂ ਚਾਰਾਂ ਵਿੱਚੋਂ ਉੱਥੇ 3 ਆਣਗੇ, ਆਪਣੇ 2 ਆਰਾਮ ਨਾਲ ਹੋ ਜਾਣਗੇ। ਚਾਰੋਂ ਵੀ ਤੁਸੀਂ ਕਰ ਸਕਦੇ ਹੋ, ਪਰ ਜੇ ਤੁਸੀਂ 2 ਵੀ ਕਰ ਲਓ ਤਾਂ ਤੁਹਾਡੇ 6 ਨੰਬਰ ਇੱਥੇ ਪੱਕੇ ਹੈ। ਅੱਗੇ ਰਸ, 9 ਰਸ ਹੈਗੇ ਹੈ 2 ਨੰਬਰ ਦੇ, ਤੇ 9 ਰਸ ਹੈ, ਆਪਾਂ 9 ਰਸਾਂ ਦੀ ਤਿਆਰੀ ਕਰ ਲਈਏ, ਇਹ ਵੀ ਆਪਣੇ 2 ਨੰਬਰ ਪੱਕੇ ਨੇ। ਅੱਗੇ ਪੰਜਾਬੀ ਸਾਹਿਤ ਦਾ ਇਤਿਹਾਸ, 3 ਕੁਐਸਚਨ ਦਿੱਤੇ ਹੈ ਔਰ ਤਿੰਨਾਂ ਚੋਂ ਇੱਕ ਕਰਨਾ ਹੁੰਦਾ ਹੈ, ਤੇ ਆਪਾਂ ਇਹਨਾਂ ਵਿੱਚੋਂ ਪੰਜਾਬੀ ਕਵਿਤਾ ਤੇ ਨਾਵਲ ਜਾਂ ਕਵਿਤਾ ਤੇ ਨਾਟਕ ਜੋ ਵੀ ਤੁਹਾਨੂੰ ਤਿੰਨਾਂ ਚੋਂ 2 ਚੰਗੇ ਲੱਗਣ, ਉਹ 2 ਤੁਸੀਂ ਇਹਨਾਂ ਤਿੰਨਾਂ ਚੋਂ ਤਿਆਰ ਕਰ ਲਓ, ਤੇ ਇਹਨਾਂ ਦੋਨਾਂ ਚੋਂ ਇੱਕ ਜ਼ਰੂਰ ਆ ਜਾਏਗਾ। ਪਹਿਲੀ ਗੱਲ ਤਾਂ ਤਿੰਨੋਂ ਹੀ ਆਣੇ ਚਾਹੀਦੇ ਹੈ, ਕਿਉਂਕਿ 3 ਹੀ ਰਹਿ ਗਏ, ਤਿੰਨਾਂ ਚੋਂ ਇੱਕ ਦੇਣਾ ਤਾਂ ਤਿੰਨੋਂ ਪਰਸਨ ਹੀ ਆਣੇ ਚਾਹੀਦੇ ਹੈ। ਤਾਂ ਇੱਥੇ ਦੇਖਿਆ ਜਾਵੇ ਤਾਂ ਇਹਨਾਂ ਦੋਨਾਂ ਚੋਂ ਅਗਰ ਤੁਸੀਂ 2 ਤਿਆਰ ਕਰ ਲੈਣੇ, ਉੱਤੇ ਚੋਂ 2, ਜੇ ਆਪਾਂ 4% ਇੱਕ ਰਸ ਵਾਲਾ 5, ਅਗਰ ਆਹ 5% ਆਪਾਂ ਤਿਆਰ ਕਰ ਲੈਂਦੇ ਆ, ਸਿਰਫ 5% ਆਪਣੇ 15 ਨੰਬਰ ਇੱਥੇ ਪੱਕੇ ਹੋ ਜਾਂਦੇ ਆ। ਤੇ ਉਤਲਿਆਂ ਚੋਂ 2 ਕਵਿਤਾ ਤੇ ਇਕਾਂਗੀ, ਇਹ ਪ੍ਰਸ਼ਨ ਤਿਆਰ ਕਰ ਲਓ। ਥੱਲੇ ਤੁਸੀਂ ਕਵਿਤਾ, ਨਾਵਲ ਜਾਂ ਨਾਟਕ, ਇਹਨਾਂ ਤਿੰਨਾਂ ਵਿੱਚੋਂ ਜਿਹੜਾ ਇਤਿਹਾਸ ਤੁਹਾਨੂੰ ਸਰਲ ਲੱਗੇ, ਆਪਣੇ ਉਹ ਇਤਿਹਾਸ ਤੁਸੀਂ ਤਿਆਰ ਕਰ ਲਓ, ਤਾਂ ਕਿ ਇਹ 15 ਨੰਬਰ ਪਿੱਛੇ ਆਪਾਂ ਜੋੜੇ ਸੀ 35 ਤੇ 15 50 ਨੰਬਰ ਹੈ ਜਿਹੜੇ ਆਪਾਂ, ਜੇ ਆਪਾਂ ਸਿਰਫ 4-5 ਦਿਨ ਹੀ ਤਿਆਰੀ ਕਰ ਲਈਏ ਤਾਂ ਇਹ 50 ਨੰਬਰ ਆਪਣੇ ਪੱਕੇ ਐ, ਅਸੀਆਂ ਚੋਂ ਪੱਕੇ ਆ। ਕੋਈ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ, ਕੋਈ ਇਹਦੇ ਵਿੱਚ ਆ ਨਹੀਂ ਬਈ ਆ ਆਊਗਾ ਐਵੇਂ ਆਊਗਾ। ਬੜੀ ਹੀ ਸੌਖੀ ਤਿਆਰੀ ਨਾਲ ਆਪਾਂ ਚੰਗੇ ਨੰਬਰ ਲਿਆ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਕਹਾਣੀ ਭਾਗ ਦੀ, ਤੇ ਕਹਾਣੀ ਭਾਗ ਦੇ ਵਿੱਚੋਂ ਕੀ ਹੁੰਦਾ ਹੈ ਕਿ 8 ਕਹਾਣੀਆਂ ਸਿਰਫ ਹੀ, ਆਪਾਂ 8 ਦੀਆਂ 8 ਕਹਾਣੀਆਂ ਜਿਹੜੀਆਂ ਇਹ ਆਪਾਂ ਯਾਦ ਕਰ ਲਈਏ, ਔਰ ਤੁਸੀਂ 8 ਕਹਾਣੀਆਂ ਅਗਰ ਇੱਕ 2-2 ਵਾਰ ਪੜ੍ਹ ਲਓਗੇ ਤਾਂ ਹੀ ਤੁਹਾਨੂੰ ਯਾਦ ਹੋ ਜਾਣਗੀਆਂ। ਪਰ ਯਾਦ ਕੀ ਕਰਨਾ ਹੈ, ਆਪਾਂ 8 ਦੀ 8 ਕਹਾਣੀਆਂ ਦਾ ਸਾਰ ਯਾਦ ਕਰ ਲਈਏ। ਆਪਾਂ ਸਾਰ ਦਾ ਪ੍ਰਸ਼ਨ ਆਊਗਾ, ਜੇ ਸਾਰ ਦਾ ਪ੍ਰਸ਼ਨ ਨਹੀਂ ਆਉਂਦਾ ਤਾਂ ਵਿਸ਼ੇ ਤੋਂ ਸੰਬੰਧਿਤ ਪ੍ਰਸ਼ਨ ਆਊਗਾ। ਜੇ ਆਪਾਂ ਨੂੰ ਸਾਰ ਯਾਦ ਹੈ ਤਾਂ ਆਪਾਂ ਨੂੰ ਵਿਸ਼ੇ ਤੋਂ ਸੰਬੰਧਿਤ ਅਗਰ ਕੋਈ ਪ੍ਰਸ਼ਨ ਪੁੱਛ ਲੈਂਦੇ ਹੈ ਤਾਂ ਉਹ ਆਪਾਂ ਨੂੰ ਜ਼ਰੂਰ ਆ ਜਾਏਗਾ। ਦੂਜਾ ਪ੍ਰਸ਼ਨ ਆਉਂਦਾ ਪਾਤਰ ਉਸਾਰੀ ਦਾ, ਜੇ ਪਾਤਰ ਉਸਾਰੀ ਕਰਦੇ ਹੋ ਤਾਂ ਸਾਰਿਆਂ ਦੀ ਮਤਲਬ ਤੁਹਾਨੂੰ ਦੇਖਣਾ ਪਊਗਾ, 8 ਪਾਤਰ ਉਸਾਰੀਆਂ ਲਗਭਗ ਤੁਹਾਨੂੰ ਕਰਨੀਆਂ ਪੈਣਗੀਆਂ। ਪਰ ਸਾਰ ਦਾ ਅਗਰ ਆਪਾਂ ਪ੍ਰਸ਼ਨ ਕਰਦੇ ਹਾਂ, ਉਹਦਾ ਫਾਇਦਾ ਆਪਾਂ ਨੂੰ ਇਹ ਹੋ ਜਾਂਦਾ ਹੈ ਕਿ ਇੱਕ ਤਾਂ ਆਪਾਂ ਵਿਸ਼ਾ ਤੋਂ ਸੰਬੰਧਿਤ ਕੋਈ ਪ੍ਰਸ਼ਨ ਆਉਂਦੇ ਹੈ ਕਹਾਣੀ ਦੇ ਵਿੱਚ, ਕੰਟੈਂਟ ਤੋਂ ਲੈ ਕੇ ਕੋਈ ਪ੍ਰਸ਼ਨ ਪੁੱਛਦਾ, ਉਹ ਵੀ ਆਪਾਂ ਕਰ ਦਾਂਗੇ। ਔਰ ਸਾਰ ਦਾ ਅਗਰ ਪ੍ਰਸ਼ਨ ਆ ਜਾਂਦਾ ਤਾਂ ਸਾਰ ਲਿਖਣਾ ਜਿਹੜਾ ਉਹ ਬੜਾ ਸੌਖਾ ਰਹਿੰਦਾ ਬੱਚਿਆਂ ਵਾਸਤੇ, ਤੇ ਉਹ 5 ਨੰਬਰ ਦਾ ਪ੍ਰਸ਼ਨ ਆਊਗਾ। ਆਪਾਂ ਕਹਾਣੀ ਦਾ ਸਾਰ ਲਿਖਣਾ ਆਸਾਨ ਰਹੇਗਾ, ਔਰ ਸਾਰ ਯਾਦ ਹੋਣ ਦੇ ਕਾਰਨ ਛੋਟੇ ਪ੍ਰਸ਼ਨ ਹੈ ਜਿਹੜੇ ਉਹ ਵੀ ਆਪਾਂ ਨੂੰ ਯਾਦ ਰਹਿ ਜਾਣਗੇ। ਛੋਟੇ ਪ੍ਰਸ਼ਨ 8 ਚੋਂ 5 ਆਣਗੇ, ਜੇ ਸਾਰੀਆਂ ਕਹਾਣੀਆਂ ਦਾ ਆਪਾਂ ਨੂੰ ਸਾਰ ਆਉਂਦਾ ਤੇ ਛੋਟੇ ਪ੍ਰਸ਼ਨ ਵੀ ਆਪਾਂ ਕਰ ਸਕਦੇ ਹਾਂ। ਤੇ ਛੋਟੇ ਪ੍ਰਸ਼ਨ ਅਗਰ ਤੁਸੀਂ 8 ਪਾਠਾਂ ਦੇਖੋਗੇ ਤਾਂ ਮਸਾਂ ਹੀ 24-25 ਛੋਟੇ ਪ੍ਰਸ਼ਨ ਬਣਦੇ ਆ। ਔਰ ਸਾਰਿਆਂ ਦਾ ਅਗਰ ਨਾਮ ਵੀ, ਅਗਰ ਆਪਾਂ ਰਾਈਟਰ ਦਾ ਨਾਮ ਵੀ ਜ਼ਰੂਰ ਪੁੱਛਿਆ ਜਾਂਦਾ ਹੈਗਾ ਵੀ ਇਸ ਕਹਾਣੀ ਦਾ ਲਿਖਾਰੀ ਕਿਹੜਾ ਹੈਗਾ, ਤੇ 8 ਪ੍ਰਸ਼ਨ ਉਹ ਹੋ ਗਏ, ਤੇ ਲਗਭਗ ਕੋਈ 32% ਬਣਦੇ ਆ ਛੋਟੇ ਪ੍ਰਸ਼ਨ, ਤੇ ਉਹਨਾਂ ਦੀ ਆਪਾਂ ਚੰਗੀ ਤਿਆਰੀ ਕਰ ਲਈਏ ਤਾਂ ਉਹ ਆਪਣੇ 5 ਨੰਬਰ ਉਹ ਵੀ ਆਪਣੇ ਪੱਕੇ ਨੇ। ਬੜਾ ਹੀ ਸਰਲ ਪੋਰਸ਼ਨ ਹੈ, 10 ਚੋਂ 10 ਨੰਬਰ ਆਪਣੇ ਆ ਸਕਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ ਦੀ। ਕਵਿਤਾ ਭਾਗ ਦੇ ਵਿੱਚ 3 ਪਾਠ ਹੈ ਜਿਹੜੇ ਉਹ ਬਾਹਰ ਕੱਢਤੇ, 10 ਪਾਠ ਰਹਿ ਗਏ। ਕਵਿਤਾ ਭਾਗ ਦੇ ਵਿੱਚ ਕੀ ਹੁੰਦਾ ਹੈ ਕਿ ਵੱਡਾ ਪ੍ਰਸ਼ਨ ਹੀ ਆਉਂਦਾ ਹੈ, ਜਾਂ ਤਾਂ ਉਹ ਸਹਿ ਪ੍ਰਸੰਗ ਵਿਆਖਿਆ ਪੁੱਛੇਗਾ 10 ਨੰਬਰ ਦੀ, ਜਾਂ ਫਿਰ ਕੀ ਕਹਿੰਦੇ ਆ ਕਿ ਕਿਸੇ ਵੀ ਕਵਿਤਾ ਦੇ ਵਿੱਚੋਂ ਉਹ ਕਿਸੇ ਪਾਠ ਦਾ ਕਵਿਤਾ ਦਾ ਸਾਰ ਪੁੱਛ ਸਕਦਾ ਹੈ, ਜਾਂ ਫਿਰ ਕਵਿਤਾ ਦਾ ਕੇਂਦਰੀ ਭਾਵ ਪੁੱਛ ਸਕਦਾ ਹੈ। ਤੇ ਆਪਾਂ ਨੂੰ ਕੇਂਦਰੀ ਭਾਵ ਤੇ ਹਰ ਕਵਿਤਾ ਦਾ ਜਿਹੜਾ ਆਪਾਂ ਨੂੰ ਕੇਂਦਰੀ ਭਾਵ ਯਾਦ ਹੋਣਾ ਚਾਹੀਦਾ ਹੈ, ਹਰ ਕਵਿਤਾ ਦੀ ਸਾਰੀ ਦੀ ਵਿਆਖਿਆ ਯਾਦ ਹੋਣੀ ਚਾਹੀਦੀ ਹੈ। ਆਪਾਂ ਕੀ ਕਰੀਏ, 10 ਦੇ 10 ਜਿਹੜੇ ਕਵੀ ਹੈਗੇ ਆ, ਇਹਨਾਂ ਦੀਆਂ ਜਿਹੜੀਆਂ ਵੀ 2-2 3-3 ਕਵਿਤਾਵਾਂ ਇਹਨਾਂ ਵਿੱਚ ਹੈਗੀ ਆ, ਆਪਣੇ 12ਵੀਂ ਦੇ ਵਿੱਚ ਹੈ ਸ਼ਾਮਲ, ਉਹਨਾਂ ਨੂੰ ਸਾਰਿਆਂ ਦੀ ਆਪਾਂ ਵਿਆਖਿਆ ਯਾਦ ਕਰ ਲਈਏ। ਵਿਆਖਿਆ ਅਗਰ ਆਪਾਂ ਯਾਦ ਕਰ ਲੈਂਦੇ ਆ ਤਾਂ ਅਗਰ ਜੇ ਉਹਦਾ ਉਸ ਕਵਿਤਾ ਦਾ ਕਵਿਤਾ ਬਾਰੇ ਲਿਖਣ ਨੂੰ ਕਿਹਾ ਜਾਂਦਾ ਉਹ ਵੀ ਆਪਾਂ ਲਿਖ ਸਕਦੇ ਹਾਂ। ਔਰ ਜੇ ਕੇਂਦਰੀ ਭਾਵ ਜੇ ਅਗਰ ਲਿਖਣ ਨੂੰ ਕਹਿੰਦਾ ਭਾਈ ਤੁਸੀਂ ਕੇਂਦਰੀ ਭਾਵ ਲਿਖੋ ਤਾਂ ਉਹ ਵੀ ਆਪਾਂ ਆਸਾਨੀ ਨਾਲ ਲਿਖ ਸਕਦੇ ਹਾਂ। ਤਾਂ ਜਿਹੜਾ 20 ਨੰਬਰ ਚੋਂ 10 ਨੰਬਰ ਦੇ ਪ੍ਰਸ਼ਨ ਆਣਗੇ ਉਹ ਤਾਂ ਆਊਗਾ ਸਹਿ ਪ੍ਰਸੰਗ ਵਿਆਖਿਆ, ਔਰ ਉਹ ਜਿਹੜੀਆਂ 4 ਸਤਰਾਂ ਦਿੱਤੀਆਂ ਹੋਣਗੀਆਂ ਉਹਦੀ ਆਪਾਂ ਪ੍ਰਸੰਗ ਲਿਖਣਾ ਹੋਊਗਾ, ਵਿਆਖਿਆ ਲਿਖਣੀ ਹੋਊਗੀ, ਔਰ ਉਹਦੇ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਣਗੇ। ਔਰ ਉਹ ਪ੍ਰਸ਼ਨ ਹੈ ਜਿਹੜੇ ਆਪਣੇ ਪੈਰੇ ਦੇ ਉਤਲੇ ਜਿਹੜੇ ਕਵਿਤਾ ਦਾ ਕਾਵਿ ਟੋਟਾ ਹੈ ਉਹਦੇ ਵਿੱਚੋਂ ਆਪਾਂ ਨੂੰ ਦੇਣੇ ਹੋਣਗੇ। ਤਾਂ ਅਗਰ ਆਪਾਂ ਨੂੰ ਸਾਰਿਆਂ ਦੀ ਵਿਆਖਿਆ ਯਾਦ ਹੈਗੀ ਹੈ ਸਾਰਿਆਂ ਦੀ, ਤਾਂ ਆਪਾਂ ਇਹ 10% ਆਪਣੇ ਆਰਾਮ ਨਾਲ ਹੋ ਜਾਣਗੇ। ਹੁਣ ਦੂਜੇ ਜਿਹੜੇ 10% ਰਹਿ ਗਏ, 10 ਨੰਬਰ ਰਹਿ ਗਏ, ਪਹਿਲੇ 10 ਨੰਬਰ ਤਾਂ ਸਹਿ ਪ੍ਰਸੰਗ ਵਿਆਖਿਆ ਵਾਲੇ ਨਾਣੇ, ਹੋਰ ਵੀ 1-2 ਪ੍ਰਸ਼ਨ ਹੁੰਦੇ ਕਾਵਿ ਸਤਰਾਂ ਚ ਪੁੱਛੇ ਜਾਣਗੇ। ਹੋਰ ਦੂਜਾ ਜਿਹੜਾ ਰਹਿ ਗਿਆ ਹੁਣ ਹਿੱਸਾ ਅਗਲੇ ਜਿਹੜੇ ਹੈ ਉਸ ਦੇ ਵਿੱਚ 4 ਪ੍ਰਸ਼ਨ ਦਿੱਤੇ ਜਾਂਦੇ ਆ, 3 ਜਾਂ 4, ਉਹਨਾਂ ਚੋਂ 2 ਕਰਨੇ ਹੁੰਦੇ ਆ।
ਉਹ ਕੀ ਹੋਣਗੇ? ਕਿਸੇ ਵੀ ਕਵਿਤਾ ਦਾ ਵਿਸ਼ਾ ਪੁੱਛ ਸਕਦੇ ਆ, ਹੋਰ ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ ਪੁੱਛ ਸਕਦੇ ਆ। ਜੇ ਆਪਾਂ ਨੂੰ ਸਾਰਿਆਂ ਦੀ ਵਿਆਖਿਆ ਯਾਦ ਹੈ ਤਾਂ ਆਪਾਂ ਪ੍ਰਸੰਗ ਔਰ ਵਿਆਖਿਆ ਤਾਂ ਕਰ ਹੀ ਦੇਵਾਂਗੇ। ਉਸ ਤੋਂ ਬਾਅਦ ਜਿਹੜੇ ਵੱਡੇ ਪ੍ਰਸ਼ਨ ਆਣਗੇ ਉਹ ਵੀ ਆਪਾਂ ਆਸਾਨੀ ਨਾਲ ਕਰ ਲਾਂਗੇ। ਜਾਂ ਤਾਂ ਵਿਸ਼ਾ ਦਾ ਹੋਊਗਾ, ਜਾਂ ਕੇਂਦਰੀ ਭਾਵ ਦਾ ਹੋਊਗਾ, ਜਾਂ ਵਿਸ਼ਾ ਵਸਤੂ ਤੇ ਆਧਾਰਿਤ ਕੋਈ ਪ੍ਰਸ਼ਨ ਹੋਊਗਾ, ਉਹ ਆਪਣੇ ਆਸਾਨੀ ਨਾਲ ਹੋ ਜਾਣਗੇ। ਇਸ ਤਰੀਕੇ ਨਾਲ ਅਗਰ ਜੇ ਆਪਾਂ ਤਿਆਰੀ ਕਰੀਏ, ਕਿਉਂਕਿ ਕਵਿਤਾ ਭਾਗ ਦੇ ਵਿੱਚੋਂ ਵੱਡੇ ਪ੍ਰਸ਼ਨ ਹੀ ਆਣਗੇ, ਛੋਟੇ ਪ੍ਰਸ਼ਨ ਨਹੀਂ ਆਣਗੇ। ਤੇ ਕਵਿਤਾ ਭਾਗ ਦੇ ਵਿੱਚੋਂ ਜੇ ਆਪਾਂ ਤਿਆਰ ਕਰਨਾ ਹੈ ਤਾਂ ਸਾਰਿਆਂ ਦੀ ਵਿਆਖਿਆ ਯਾਦ ਕਰ ਲਓ। ਉਸ ਦੇ ਨਾਲ ਆਪਣਾ ਸਾਰਾ ਆਪਣੇ ਏਕਤੀ ਵਾਰ ਕੀ ਕੀਤਾ ਗਿਆ ਹੈ ਕਿ ਕਵਿਤਾ ਭਾਗ ਦੇ ਵਿੱਚ ਜਿਹੜੇ ਪਾਠ ਆਣਗੇ ਉਹ ਹੈ ਭਾਈ ਸਾਹਿਬ ਭਾਈ ਵੀਰ ਸਿੰਘ, ਧਨੀ ਰਾਮ ਚਾਤਰਕ, ਬਾਬੂ ਫਿਰੋਜ਼ਦੀਨ ਸਰਫ, ਪ੍ਰੋਫੈਸਰ ਮੋਹਨ ਸਿੰਘ, SS ਮੀਸਾ, ਅਵਤਾਰ ਪਾਸ਼, ਨੋਵਾਂ ਸੰਤਰਾਮ ਉਦਾਸੀ, ਸੁਰਜੀਤ ਪਾਤਰ, ਡਾਕਟਰ ਪਾਲ ਕੌਰ, ਗੁਰਭਜਨ ਗਿੱਲ। ਇਹ ਜਿਹੜੇ 10 ਪਾਠ ਹੈ, 3 ਪਾਠ ਕੱਟਤੇ ਹੈ ਤੇ ਬਾਕੀ ਇਹ ਦੂਜਾ ਪਾਠ ਹੈ ਉਹ ਹਟ ਗਿਆ, ਔਰ ਛਠਾ ਪਾਠ ਹੈ ਉਹ ਵੀ ਹਟ ਗਿਆ, 11ਵਾਂ ਪਾਠ ਹੈ ਉਹ ਵੀ ਹਟ ਗਿਆ। ਪਰੰਤੂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਹੁਣ ਇਹ 10 ਪਾਠ ਹੈ ਜਿਹੜੇ ਇਹ ਆਣਗੇ, ਆਪਾਂ ਇਹਨਾਂ ਦੀ ਤਿਆਰੀ ਕਰਨੀ ਹੈ। ਔਰ ਕਹਾਣੀ ਦੇ ਵਿੱਚੋਂ ਪਹਿਲੀ ਔਰ ਦੂਜੀ ਕਹਾਣੀਆਂ ਉਟਾ ਦਿੱਤੀਆਂ, ਬਾਕੀ ਸਾਰੀਆਂ ਕਹਾਣੀਆਂ ਬਰਕਰਾਰ ਨੇ। ਜਿਵੇਂ ਤੀਜੇ ਕੋਈ ਇੱਕ ਸਵਾਰ, ਚੌਥਾ ਨੰਬਰ ਮੈਨੂੰ ਜਾਣਨਾ, ਪੰਜਵਾਂ ਘੜੀ ਤਾਂ ਖਰਾਬ ਹੋ ਗਈ, ਛਠਾ ਹਵਾ, ਸੱਤਵਾਂ ਆਪਣਾ ਆਪਣਾ ਹਿੱਸਾ, ਅੱਠਵਾਂ ਸੱਚ ਵੀ ਮੁਤਾਜ ਹੈ, ਨੌਵਾਂ ਮੋਹ ਪਾਸ਼, 10ਵਾਂ ਆਤੂ ਖੋਜੀ। ਇਹ 8 ਕਹਾਣੀਆਂ ਹੀ ਰਹਿ ਗਈਆਂ। ਤਾਂ ਆਪਾਂ ਇਹਨਾਂ ਕਵਿਤਾ ਅਤੇ ਕਹਾਣੀਆਂ ਤੇ ਹੀ ਜ਼ੋਰ ਦੇਣਾ, ਬਾਕੀਆਂ ਉੱਤੇ ਨਹੀਂ ਜ਼ੋਰ ਦੇਣਾ, ਕਿਉਂਕਿ ਬਾਕੀ ਹੈ ਜਿਹੜੀ ਉਹ ਹਟਾ ਦਿੱਤੇ ਗਏ ਨੇ। ਇੱਕ ਵਾਰ ਸਿਲੇਬਸ ਥੋੜ੍ਹਾ ਹੈ, ਇਹਦੀ ਹੀ ਆਪਾਂ ਤਿਆਰੀ ਕਰਨੀ ਹੈ। ਸਾਰਿਆਂ ਨੂੰ ਸ਼ੁਭਕਾਮਨਾਵਾਂ। ਹੋਰ ਅਗਰ ਕੋਈ ਵੀ ਤੁਹਾਨੂੰ ਚੀਜ਼ ਸਮਝ ਨਾ ਆਈ ਹੋਵੇ ਤਾਂ ਤੁਸੀਂ ਆਪਣੇ ਕਦੇ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ, ਆਪਣੇ ਮਾਸਟਰਾਂ ਦੇ ਨਾਲ। ਵਿਸਤਾਰ ਰੂਪ ਨਾਲ ਜਿਹੜੀ ਸਮਝਾਈ ਸੀ ਉਹ ਹੋਵੇਗੀ। ਜੇ ਹਜੇ ਤੱਕ ਤੁਸੀਂ ਆ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਇਹ ਪਹੁੰਚ ਸਕੇ। ਬਹੁਤ ਬਹੁਤ ਧੰਨਵਾਦ। ਤੁਸੀਂ ਵੇਖ ਰਹੇ ਸੀਗੇ ਪੰਜਾਬੀ ਟੀਚਰ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।